ਨਵਜੋਤ ਸਿੱਧੂ ਨੇ ਸਰੈਂਡਰ ਦੇ ਲਈ ਸੁਪਰੀਮ ਕੋਰਟ ਤੋਂ ਮੰਗਿਆ 1 ਹਫ਼ਤੇ ਦਾ ਸਮਾਂ। ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਮੰਗੀ ਮੋਹਲਤ। ਜਸਟਿਸ ਖਾਨਵਿਲਕਰ ਬੋਲੇ ਸਿੱਧੂ ਚੀਫ ਜਸਟਿਸ ਤੋਂ ਕਰਨ ਸੁਣਵਾਈ ਦੀ ਮੰਗ। ਪਟਿਆਲਾ ਵਿੱਚ ਨਵਜੋਤ ਸਿੱਧੂ ਦੇ ਘਰ ਲੱਗਿਆ ਕਾਂਗਰਸੀਆਂ ਦਾ ਜਮਾਵੜਾ। ਸਮਰਥਨ ਜਤਾਣ ਅਸ਼ਵਨੀ ਸੇਖੜੀ ਨਵਤੇਜ ਚੀਮਾ ਸਣੇ ਕਈ ਕਾਂਗਰਸੀ ਪਹੁੰਚੇ, ਪਰ ਪਾਰਟੀ ਦੇ ਵੱਡੇ ਆਗੂਆਂ ਨੇ ਬਣਾਈ ਦੂਰੀ। ਸਿਹਤ ਦਾ ਹਵਾਲਾ ਦੇ ਕੇ ਸਿੱਧੂ ਵੱਲੋਂ ਮੰਗੀ ਗਈ ਮੋਹਲਤ ਤੇ ਅਕਾਲੀ ਦਲ ਨੇ ਕੱਸਿਆ ਤੰਜ। ਕਿਹਾ ਹਾਥੀ ਤੇ ਚੜਨ ਵੇਲੇ ਤਾਂ ਵਧੀਆ ਸੀ ਸਿਹਤ, ਪਰ ਸਰੈਂਡਰ ਵੇਲੇ ਚਿੱਤ ਹੋਇਆ ਕਾਊ ਮਾਊ। ਹੁਣ ਕਿੱਥੇ ਨੇ ਕਾਨੂੰਨ ਸਿਰ ਮੱਥੇ ਵਾਲੇ ਦਾਅਵੇ। ਸਿੱਧੂ ਦੇ ਧੁਰ ਵਿਰੋਧੀ ਰਾਣਾ ਗੁਰਜੀਤ ਨੇ ਫਿਰ ਬੋਲਿਆ ਹਮਲਾ। ਬੋਲੇ AK-47 ਵਾਂਗ ਚੱਲਦੀ ਹੈ ਸਿੱਧੂ ਦੀ ਜ਼ੁਬਾਨ। ਕਿਸੇ ਹੋਰ ਤੇ ਸਾਬਿਤ ਹੁੰਦੇ ਇਲਜ਼ਾਮ ਤਾਂ ਸਿੱਧੂ ਨੇ ਕਰ ਦੇਣਾ ਸੀ ਠੋਕੋ ਤਾਲੀ। ਸਿੱਧੂ ਨੂੰ 1 ਸਾਲ ਦੀ ਸਜ਼ਾ ਹੋਣ ਤੇ ਬੋਲੇ ਵੜਿੰਗ। ਕਿਹਾ ਮੈਨੂੰ ਬਹੁਤ ਦੁੱਖ ਹੋਇਆ, ਸਿੱਧੂ ਮੇਰੇ ਵੱਡੇ ਭਰਾ, ਮੈਂ ਉਹਨਾਂ ਨੂੰ ਕਰਦਾ ਹਾਂ ਬਹੁਤ ਪਿਆਰ। ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਬਣਾਈ ਗਈ ਕਮੇਟੀ ਚੋਂ ਸੁਖਬੀਰ ਬਾਦਲ ਨੂੰ ਬਾਹਰ ਕਰਨ ਦੀ ਮੰਗ। HSGPC ਦੇ ਪ੍ਰਧਾਨ ਦਾਦੂਵਾਲ ਨੇ SGPC ਨੂੰ ਲਿਖੀ ਚਿੱਠੀ। ਕਿਹਾ ਸਿਆਸੀ ਲੋਕਾਂ ਨੇ ਸਾਡੇ ਧਰਮ ਨੂੰ ਰੋਲ ਕੇ ਰੱਖ ਦਿੱਤਾ। ਬੇਅਦਬੀ ਮਾਮਲਿਆਂ ਤੇ ਕੁੰਵਰ ਵਿਜੇ ਪ੍ਰਤਾਪ ਨੇ CM ਮਾਨ ਨੂੰ ਲਿਖੀ ਚਿੱਠੀ। ਕਿਹਾ ਬੈਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੇ ਵਿੱਚ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ ਪੈਰਵੀ। SIT ਦੇ ਵਿੱਚ ਚੁੱਕੇ ਸਵਾਲ। ਦਿੱਲੀ ਅੰਦੋਲਨ ਦੌਰਾਨ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਗੇ ਤੇਲੰਗਾਨਾ ਦੇ ਮੁੱਖ ਮੰਤਰੀ KCR। ਪਰਸੋਂ ਚੰਡੀਗੜ੍ਹ ਦੇ ਵਿੱਚ ਵੰਡਣਗੇ 3-3 ਲੱਖ ਦੇ ਚੈੱਕ। ਕੇਜਰੀਵਾਲ ਤੇ ਭਗਵੰਤ ਮਾਨ ਵੀ ਰਹਿਣਗੇ ਨਾਲ। ਜਲੰਧਰ ਦੇ ਲੰਮਾ ਪਿੰਡ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ। ਘਰ ਨੂੰ ਅੱਗ ਲੱਗਣ ਕਰਕੇ ਜਿਉਂਦੇ ਸੜੇ 2 ਜੀ, ਮਹਿਲਾ ਦੀ ਹਾਲਤ ਗੰਭੀਰ। ਚੰਡੀਗੜ੍ਹ ਪੁਲਿਸ ਦੇ ਸਿਪਾਹੀ ਦੇ ਨਾਲ ਕੁੱਟਮਾਰ। ਸਬਜ਼ੀ ਮੰਡੀ ਵਿੱਚ ਕੁਝ ਲੋਕਾਂ ਦੇ ਨਾਲ ਹੋਈ ਸੀ ਤਕਰਾਰ। ਸਿਪਾਹੀ ਨੂੰ ਡੰਡਿਆਂ ਦੇ ਨਾਲ ਕੁੱਟਿਆ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਦਰਸ਼ਕਾਂ, ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ ਤੇ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ ਅਹਿਮ ਖਬਰ ਦੇ ਨਾਲ। ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਵੱਡੀ ਖਬਰ। ਸਿੱਧੂ ਨੇ ਸੁਪਰੀਮ ਕੋਰਟ ਤੋਂ 1 ਹਫ਼ਤੇ ਦਾ ਸਮਾਂ ਮੰਗਿਆ। ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਮੋਹਲਤ ਮੰਗੀ ਗਈ ਹੈ। ਜਸਟਿਸ ਖਾਨਵਿਲਕਰ ਤੋਂ ਸਿੱਧੂ ਦੇ ਵਕੀਲ ਨੇ ਇਹ ਵਕਤ ਮੰਗਿਆ ਜਿਸ ਤੇ ਚੀਫ ਜਸਟਿਸ ਤੋਂ ਸੁਣਵਾਈ ਦੀ ਮੰਗ ਕਰੋ। ਜਸਟਿਸ ਖਾਨਵਿਲਕਰ ਨੇ ਇਹ ਟਿੱਪਣੀ ਇਸ ਪਟੀਸ਼ਨ ਤੇ ਕੀਤੀ ਹੈ। ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਸੁਪਰੀਮ ਕੋਰਟ ਤੋਂ 1 ਹਫ਼ਤੇ ਦਾ ਸਮਾਂ ਮੰਗਿਆ। ਸਿੱਧੂ ਦੇ ਵਕੀਲ ਨੇ ਪਟੀਸ਼ਨ ਦਾਖਲ ਕੀਤੀ ਸੀ। ਜਸਟਿਸ ਖਾਨਵਿਲਕਰ ਤੋਂ ਸਿੱਧੂ ਦੇ ਵਕੀਲ ਨੇ ਸਮਾਂ ਮੰਗਿਆ ਸੀ। ਚੀਫ ਜਸਟਿਸ ਤੋਂ ਸੁਣਵਾਈ ਦੀ ਮੰਗ ਕੀਤੀ ਜਾਵੇ। ਜਸਟਿਸ ਖਾਨਵਿਲਕਰ ਨੇ ਕਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਅਪਡੇਟ ਤੁਹਾਨੂੰ ਦੱਸ ਰਹੇ ਹਾਂ। ਪੋਲੀਟੀਕਲ ਰਿਐਕਸ਼ਨ ਜਿਹੜੇ ਆ ਰਹੇ ਉਹ ਤੁਹਾਨੂੰ ਦੱਸ ਰਹੇ ਹਾਂ। ਔਰ ਇਸ ਪੂਰੇ ਮਾਮਲੇ ਵਿੱਚ ਪੇਚ ਕੀ ਹੈਗਾ, ਅੱਜ ਦਾ ਦਿਨ ਕਿਉਂ ਸਿੱਧੂ ਦੇ ਕੋਲ ਸਿਰਫ ਰਹਿੰਦਾ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਛੁੱਟੀਆਂ ਦਾ ਸ਼ਡਿਊਲ ਜਿਹੜਾ ਹੈਗਾ ਉਹ ਸ਼ੁਰੂ ਹੋਣ ਵਾਲਾ ਹੈ। 23 ਤਰੀਕ ਤੋਂ ਛੁੱਟੀਆਂ ਪੈ ਜਾਣਗੀਆਂ। ਕੱਲ ਸੈਟਰਡੇ ਸੰਡੇ ਯਾਨੀ ਵੀਕਐਂਡ ਜਿਹੜਾ ਹੈਗਾ ਸ਼ਨੀਚਰਵਾਰ ਤੇ ਇਤਵਾਰ 2 ਦਿਨਾਂ ਦੀ ਛੁੱਟੀ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋਵੇਗੀ। ਸੋਮਵਾਰ ਤੋਂ ਛੁੱਟੀਆਂ ਦਾ ਐਲਾਨ ਹੋ ਚੁੱਕਾ ਹੈ। ਸੁਪਰੀਮ ਕੋਰਟ ਦਾ ਸ਼ਡਿਊਲ ਹੈਗਾ ਤੇ ਉਸ ਤੋਂ ਬਾਅਦ ਛੁੱਟੀਆਂ ਦੌਰਾਨ ਕੀ ਸੁਣਵਾਈ ਹੋਵੇਗੀ ਨਹੀਂ ਹੋਵੇਗੀ, ਇਹ ਫੈਸਲਾ ਵੀ ਜਿਹੜਾ ਹੈਗਾ ਉਹ ਸੋਮਵਾਰ ਨੂੰ ਹੀ ਕਲੀਅਰ ਹੋ ਪਾਏਗਾ। ਕਿਉਂਕਿ ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਜਿਹੜਾ ਸ਼ਡਿਊਲ ਜਾਰੀ ਕੀਤਾ ਸੀਗਾ ਛੁੱਟੀਆਂ ਦਾ, ਉਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ 19 ਤੋਂ ਲੈ ਕੇ 21 ਤਰੀਕ ਦੇ ਵਿਚਾਲੇ ਜਿਹੜੀ ਸਾਡੇ ਕੋਲ ਪਟੀਸ਼ਨਸ ਆਣਗੀਆਂ ਉਹਨਾਂ ਨੂੰ ਲਿਸਟਡ ਕਰਕੇ 23 ਤਰੀਕ ਨੂੰ ਫਾਈਨਲ ਲਿਸਟ ਜਿਹੜੀ ਹੈਗੀ ਅਸੀਂ ਆਊਟ ਕਰਾਂਗੇ ਕਿ ਇਹਨਾਂ ਤੇ ਸੁਣਵਾਈ ਹੋਣੀ ਹੈ ਜਾਂ ਨਹੀਂ ਹੋਣੀ। ਉਸ ਤੋਂ ਬਾਅਦ ਜਿਹੜੀ ਬਚ ਜਾਣਗੀਆਂ ਉਹਨਾਂ ਦੇ ਲਈ ਫਿਰ ਬਾਅਦ ਦੇ ਦਿਨਾਂ ਦੇ ਵਿੱਚ ਫੈਸਲਾ ਲਿਆ ਜਾਵੇਗਾ। 26 ਤਰੀਕ ਤੱਕ ਜਿਹੜਾ ਹੈਗਾ 24 ਜਾਂ 26 ਤਰੀਕ ਤੱਕ ਉਹਨਾਂ ਦੇ ਬਾਰੇ ਫੈਸਲਾ ਲਿਆ ਜਾਵੇਗਾ। ਔਰ ਉਸ ਦੇ ਵਿੱਚ ਵੀ ਲਿਸਟਡ ਹੋਣਗੀਆਂ, ਜਿਹੜੀ ਅਰਜ਼ੀਆਂ ਲਿਸਟਡ ਹੋਣਗੀਆਂ ਫਿਰ ਉਹਨਾਂ ਨੂੰ ਤਰੀਕ ਦਿੱਤੀ ਜਾਵੇਗੀ ਕਿ ਫਲਾਣੀ ਤਰੀਕ ਨੂੰ ਫਲਾਣੇ ਹਫ਼ਤੇ ਵਿੱਚ ਤੁਹਾਡੀ ਸੁਣਵਾਈ ਹੋਣੀ ਹੈ। ਸੁਪਰੀਮ ਕੋਰਟ ਨੇ ਬਕਾਇਦਾ 6 ਬੈਂਚ ਜਿਹੜੀਆਂ ਨੇ ਛੁੱਟੀਆਂ ਦੇ ਸ਼ਡਿਊਲ ਦੇ ਲਈ ਜਿਹੜਾ ਹੈਗਾ ਤਿਆਰ ਕੀਤੀਆਂ ਨੇ। 6 ਬੈਂਚ ਜਿਹੜੀਆਂ ਨੇ ਉਹਨਾਂ ਨੂੰ ਹਫ਼ਤਾਵਾਰ ਜਿਹੜਾ ਹੈਗਾ ਉਹਨਾਂ ਦੀ ਡਿਊਟੀ ਲਾਈ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਸਿੱਧੂ ਦੀ ਪਟੀਸ਼ਨ ਤੇ ਸੁਣਵਾਈ ਹੋਵੇਗੀ ਜਾਂ ਨਹੀਂ ਹੋਵੇਗੀ, ਇਸ ਨੂੰ ਲੈ ਕੇ ਸਵਾਲ ਬਰਕਰਾਰ ਹੈ। ਕਿਉਂਕਿ ਕਿਸ ਤਰੀਕੇ ਦੀ ਪਟੀਸ਼ਨ ਸਵੀਕਾਰ ਕੀਤੀ ਜਾਵੇਗੀ ਇਸ ਨੂੰ ਲੈ ਕੇ ਵੀ ਕਈ ਸਾਰੇ ਜਿਹੜੇ ਤੱਥ ਨੇ ਉਹ ਵੀ ਸਾਹਮਣੇ ਆ ਰਹੇ ਨੇ। ਸੁਪਰੀਮ ਕੋਰਟ ਨੇ ਬਕਾਇਦਾ डिफाइन किया हुआ है। सिद्धू की अर्जी ते
ਸੁਣਵਾਈ ਜਿਹੜੀ ਹੈਗੀ ਹੈ ਉਸ ਦੀ ਉਮੀਦ ਘੱਟ ਹੈਗੀ ਹੈ। ਸਿੱਧੂ ਦੇ ਵਕੀਲ ਫਿਲਹਾਲ ਜਿਹੜਾ ਹੈਗਾ ਸਿੱਧੂ ਦੀ ਅਰਜ਼ੀ ਤੇ ਸੁਣਵਾਈ ਦੀ ਉਮੀਦ ਘੱਟ ਨਜ਼ਰ ਆ ਰਹੀ ਹੈ। ਸਿੱਧੂ ਨੇ ਸਰੈਂਡਰ ਦੇ ਲਈ 1 ਹਫ਼ਤੇ ਦੀ ਮੌਲਤ ਮੰਗੀ ਹੈ, ਪਰ ਖਰਾਬ ਸਿਹਤ ਦਾ ਹਵਾਲਾ ਦਿੰਦੇ ਇਹ ਸਮਾਂ ਮੰਗਿਆ। ਪਰ ਅੱਜ ਜਿਹੜਾ ਹੈਗਾ ਇਹ ਆਸ ਘੱਟ ਹੈ ਕਿ ਅੱਜ ਉਸ ਤੇ ਸੁਣਵਾਈ ਹੋ ਜਾਵੇ। ਸਿੱਧੂ ਦੀ ਅਰਜ਼ੀ ਤੇ ਜਿਹੜੀ ਸੁਣਵਾਈ ਦੀ ਆਸ ਜਿਹੜੀ ਹੈਗੀ ਅੱਜ ਉਹ ਸੁਣਵਾਈ ਹੋ ਜਾਵੇਗੀ, ਇਹ ਉਮੀਦ ਘੱਟ ਨਜ਼ਰ ਆ ਰਹੀ ਹੈ। ਫਿਲਹਾਲ ਜਿਹੜਾ ਹੈਗਾ ਸੀਜੀਆਈ ਦੇ ਸਾਹਮਣੇ ਇਹ ਮਾਮਲਾ ਸਿੱਧੂ ਦੇ ਵਕੀਲ ਨਹੀਂ ਰੱਖ ਸਕੇ ਨੇ, ਇਸ ਕਰਕੇ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਅੱਜ ਇਸ ਮਾਮਲੇ ਤੇ ਸੁਣਵਾਈ ਹੋ ਜਾਵੇਗੀ। ਇਹ ਆਸ ਘਟਦੀ ਜਾ ਰਹੀ ਹੈ ਔਰ ਜੇਕਰ ਅੱਜ ਸੁਣਵਾਈ ਨਹੀਂ ਹੁੰਦੀ ਫਿਰ ਹੋਵੇਗਾ ਕੀ? ਵੀਕਐਂਡ ਆ ਜਾਵੇਗਾ, 2 ਦਿਨ ਸੁਪਰੀਮ ਕੋਰਟ ਦੇ ਵਿੱਚ ਕਾਰਵਾਈ ਜਿਹੜੀ ਹੈਗੀ ਹੈ ਉਹ ਨਹੀਂ ਹੋਣੀ, ਕਿਉਂਕਿ ਉਸ ਦੇ ਵਿੱਚ ਸੁਪਰੀਮ ਕੋਰਟ ਦੇ ਆਪਣੇ ਰੂਲਸ ਰੈਗੂਲੇਸ਼ਨ ਨੇ। ਬਹੁਤ ਜ਼ਿਆਦਾ ਜ਼ਰੂਰੀ ਕੋਈ ਮਸਲਾ ਹੋਵੇ ਤਾਂ ਸੁਣਵਾਈ ਹੁੰਦੀ ਹੈ। ਸੁਸ਼ੀਲ ਪਾਂਡੇ ਸਾਡੇ ਸਹਿयोगी दिल्ली तो ਸਾਡੇ ਨਾਲ फोन लाइन से जुड़ रहे हैं। सुशील, सुप्रीम कोर्ट की छुट्टियां शुरू होने वाली हैं, अब तक सीजीआई के सामने नवजोत सिद्धू के वकील ये पिटीशन पेश नहीं कर सके, अपना पक्ष नहीं रख सके, क्या संभावनाएं हैं नवजोत सिंह सिद्धू के लिए फिलहाल? जी देखिए, फिलहाल नवजोत सिंह सिद्धू के सामने संभावनाएं बहुत कम है, क्योंकि अभिषेक मनु सिंह भी फिलहाल चीफ जस्टिस की कोर्ट के समक्ष अपनी जो एप्लीकेशन है वो मेंशन नहीं कर पाए। हालांकि वो मेंशन करना चाह रहे थे नवजोत सिंह सिद्धू के मामले में, लेकिन सीबीआई ने कहा कि वो किसी भी मामले को अब नहीं सुनेंगे। तो ये तय है कि फिलहाल सिद्धू को सुप्रीम कोर्ट से फिलहाल अभी तक कोई राहत नहीं मिली है, और ऐसे में यही मामला है कि उनको आज सरेंडर करना होगा, क्योंकि सुप्रीम कोर्ट ने ना ही कोई स्पेशल बेंच के गठन करने का कोई आदेश जारी किया है और ना ही अभिषेक मनु सिंघवी की तरफ से इस मामले में अभी तक कोर्ट में कुछ सुनवाई के लिए मेंशन किया गया है। तो ऐसे में उम्मीद बहुत कम है कि चीफ जस्टिस अब इस पूरे मामले को सुनवाई करेंगे, और ऐसे में ये कहीं ना कहीं कहने में कोई देर नहीं होगा कि नवजोत सिंह सिद्धू को आज ही सरेंडर करना पड़ेगा, क्योंकि अब फिलहाल सुप्रीम कोर्ट आज के बाद बंद हो जाएगा और चीफ जस्टिस की तरफ से ऐसा कोई संकेत नहीं दिया गया कि इस मामले में स्पेशल बेंच का गठन किया जाए या उस पूरे मामले को सुने। तो ऐसे में ये कहा जाना बेहद आवश्यक भी है, और कहीं ना कहीं इस मामले में ये माना जा सकता है कि नवजोत सिंह सिद्धू को आज ही सरेंडर करना पड़ेगा। सुशील, जैसा आप पहले बता रहे थे मेरे साथियों से बातचीत करते हुए कि इस मामले में दोबारा भी कोशिश की जा सकती है नवजोत सिंह सिद्धू के वकील की तरफ से, क्या ऐसा दोपहर बाद क्या ऐसी कोई संभावना है कि दोपहर तक और ज्यादा एक बार कोशिश करके देखा जाए कि शायद सुन लिया जाए मामला? जी देखिए, साफ तौर से बिल्कुल ये उम्मीद बिल्कुल है, क्योंकि 2 बजे जब दोबारा इस मामले में बेंच सुनवाई करने के लिए दूसरे मामले की बैठेगी, तो हो सकता है जो उनके वरिष्ठ वकील हैं अभिषेक मनु सिंघवी, वो एक बार दोबारा प्रयास करें और इस पूरे मामले की सुनवाई की मांग करें। लेकिन जिस तरह चीफ जस्टिस की तरफ से आज इस मामले में अभिषेक मनु सिंघवी ने मेंशन करने की कोशिश की, तो कोर्ट की तरफ से चीफ जस्टिस की तरफ से सॉरी कहा गया, यानी कि चीफ जस्टिस किसी और नए मामले को अब सुनने के मूड में नहीं है, और इसीलिए फिलहाल अभी तक नवजोत सिंह सिद्धू को कोई राहत नहीं मिली है। वैसे में उम्मीद भी बहुत बेहद कम है कि इस पूरे मामले में सुनवाई को लेकर वो आगे बढ़ेंगे, लेकिन देखना यह भी है कि 2 बजे अगर दोबारा बेंच बैठेगी तो क्या उनके जो वकील हैं अभिषेक मनु सिंघवी दोबारा नवजोत सिंह सिद्धू के मामले की मेंशन करते हैं या फिर नहीं। सुशील, अगर आज राहत नहीं मिलती और आज सिद्धू को सरेंडर करना पड़ता है, तो क्या आने वाले दिनों में यानी 1-2 दिन के बाद सोमवार या मंगलवार को क्या कोई ऐसा रास्ता बचेगा सिद्धू के पास जिसमें वो थोड़ी बहुत उम्मीद लगाकर रखे, या उसके बाद सीधा जेल शुरू हो जाएगी? जी देखिए, फिलहाल अगर इस पूरे मामले में सुप्रीम कोर्ट से आज में राहत नहीं मिलती है तो बहुत उम्मीद कम है, क्योंकि अब कोर्ट स्पेशल बेंच यानी कि वेकेशन बेंच पे चली जाएगी और छुट्टियों के समय नए मामले को सुनना बेहद उम्मीद कम है। लेकिन नवजोत सिंह सिद्धू का जो मामला है वो बड़ा मामला है, तो हो सकता है कि वेकेशन बेंच में भी एक बार प्रयास किया जाए उनके वकीलों के द्वारा जी, लेकिन उनके वकीलों के द्वारा प्रयास आज ही किया जाएगा कि इस मामले में सुनवाई की जाए। लेकिन फिलहाल अभी तक कोई उम्मीद ऐसी है नहीं कि उनकी तरफ से फिलहाल सुनवाई का कोई आधार दिखे। अभी कोई भी 2 बजे है जब इस पूरे मामले की सुनवाई के लिए दोबारा एक बार हो सकता है कि उनके वकील प्रयास करें, लेकिन जब अभी हमने अभिषेक मनु सिंघवी से इस मामले में जानकारी चाहिए, जब वो कोर्ट के बाहर निकले कि क्या आप दोबारा इस मामले में मेंशन करेंगे, तो उनकी तरफ से कोई प्रतिक्रिया नहीं आई। लेकिन जब इस पूरे मामले में कोई प्रतिक्रिया नहीं आई तो ऐसे में ये कहीं ना कहीं संभावना बहुत बढ़ जाती है कि नवजोत सिंह सिद्धू को फिलहाल सुप्रीम कोर्ट से कोई राहत नहीं मिली है, और अगर सुप्रीम कोर्ट से इस मामले में उनको कोई राहत नहीं मिली है तो ऐसे में कहीं ना कहीं उन्हें आज ही सरेंडर करना पड़ेगा, अगर आज कोर्ट इस मामले में रिटेन उनकी अर्जी को नहीं करता है तो। जी बिल्कुल, कहीं ना कहीं मुश्किल जो है वो बढ़ती हुई नजर आ रही है सुशील नवजोत सिंह सिद्धू के लिए। अगर आज दोपहर बाद तक किसी तरीके से ये
अर्जी दोबारा एक बार कोर्ट के सामने, चीफ जस्टिस ऑफ इंडिया के सामने पेश नहीं की जाती, उनके सामने अपील अगर दोबारा नहीं की जाती तो संभावनाएं बहुत कम रह जाएंगी। नवजोत सिंह सिद्धू को सरेंडर करना होगा और सरेंडर करने के लिए, वो सरेंडर करने के बाद उनके पास फिर कोई उम्मीद नहीं बचती किसी भी तरीके की, और जो 1 साल की सजा उन्हें सुनाई गई है कहीं ना कहीं वो शुरू हो जाएगी। सुशील, बहुत बहुत शुक्रिया इस तमाम जानकारी के लिए। सुशील पांडे साडे सहयोगी जानकारी दे रहे सन। चीफ जस्टिस ऑफ इंडिया ने जो फर्स्ट टाइम ਇਹ ਪਟੀਸ਼ਨ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਪਹੁੰਚਦੇ ਨੇ ਚੀਫ ਜਸਟਿਸ ਦੇ ਸਾਹਮਣੇ, ਐਨਵੀ ਰਮन्ना ਦੇ ਸਾਹਮਣੇ ਇਹ ਪਟੀਸ਼ਨ ਲੈ ਕੇ ਪਹੁੰਚਦੇ ਨੇ, ਆਪਣੇ ਮੁਵੱਕਿਲ ਦੀ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ਲੈ ਕੇ ਪਹੁੰਚਦੇ ਨੇ ਤਾਂ ਸੀਜੀਆਈ ਨੇ ਇੱਕੋ ਲਫ਼ਜ਼ ਕਿਹਾ, ਸੌਰੀ। ਤੇ ਸੌਰੀ ਜਦੋਂ ਕਹਿ ਦਿੱਤਾ ਤਾਂ ਉਸ ਦਾ ਮਤਲਬ ਇਹ ਹੋ ਗਿਆ ਕਿ ਹੋਰ ਮਾਮਲੇ ਨਹੀਂ ਸੁਣੇ ਜਾਣਗੇ, ਯਾਨੀ ਹੁਣ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਹੀ ਸਰੈਂਡਰ ਕਰਨਾ ਪੈ ਸਕਦਾ ਹੈ। ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ, ਨਵਜੋਤ ਸਿੰਘ ਸਿੱਧੂ ਨੂੰ ਅੱਜ ਹੀ ਸਰੈਂਡਰ ਕਰਨਾ ਪੈ ਸਕਦਾ ਹੈ, ਕਿਉਂਕਿ ਪਹਿਲੀ ਜਿਹੜੀ ਅਟੈਂਪਟ ਸੀਗੀ, ਪਹਿਲੀ ਕੋਸ਼ਿਸ਼ ਜਿਹੜੀ ਸੀਗੀ, ਉਸ ਦੇ ਵਿੱਚ ਉਹਨਾਂ ਦੀ ਅਰਜ਼ੀ ਨੂੰ ਵੇਖ ਕੇ ਚੀਫ ਜਸਟਿਸ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਸੌਰੀ, ਯਾਨੀ ਹੋਰ ਮਾਮਲੇ ਨਹੀਂ ਸੁਣੇ ਜਾਣਗੇ। ਉਹਨਾਂ ਦੇ ਕੋਲ ਪਹਿਲਾਂ ਤੋਂ ਹੀ ਹੀਅਰਿੰਗ ਦੇ ਲਈ ਜਿਹੜੇ ਕੇਸ ਲਿਸਟਡ ਸੀਗੇ ਉਹਨਾਂ ਦੀ ਸੁਣਵਾਈ ਕਰ ਰਹੇ ਨੇ, ਨਵਾਂ ਮਾਮਲਾ ਨਹੀਂ ਸੁਣਨਗੇ। ਹਾਲਾਂਕਿ 2 ਵਜੇ ਤੋਂ ਬਾਅਦ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਜਾਵੇਗੀ ਜਾਂ ਨਹੀਂ, ਇਸ ਨੂੰ ਲੈ ਕੇ ਵੀ ਸਸ਼ੋਪੰਜ ਬਰਕਰਾਰ ਹੈ। ਸੁਸ਼ੀਲ ਪਾਂਡੇ ਸਾਡੇ ਸਹਿਯੋਗੀ ਦੱਸ ਰਹੇ ਸੀ ਕਿ ਅਭਿਸ਼ੇਕ ਮਨੂ ਸਿੰਘਵੀ ਨੂੰ ਉਹਨਾਂ ਨੇ ਸਵਾਲ ਪੁੱਛਿਆ ਸੀਗਾ, ਸਪੈਸੀਫਿਕਲੀ ਪੁੱਛਿਆ ਸੀ ਕਿ ਕੀ 2 ਵਜੇ ਤੋਂ ਬਾਅਦ ਤੁਸੀਂ ਮੁੜ ਟਰਾਈ ਕਰੋਗੇ, ਸੀਜੀਆਈ ਦੇ ਸਾਹਮਣੇ ਜਾਓਗੇ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਲੈ ਕੇ? ਤਾਂ ਅਭਿਸ਼ੇਕ ਮਨੂ ਸਿੰਘਵੀ ਨੇ ਚੁੱਪ ਵੱਟੀ ਰੱਖੀ। ਤੇ ਇਸ ਚੁੱਪੀ ਦਾ ਮਤਲਬ ਕੀ ਹੈ? ਕਿ ਇਸ ਚੁੱਪੀ ਦਾ ਮਤਲਬ ਨਾ ਹੈਗਾ, ਕਿ ਇਸ ਚੁੱਪੀ ਦਾ ਮਤਲਬ ਹਾਂ ਹੈਗਾ, ਤੇ ਇਹ ਨਾ ਤੇ ਹਾਂ ਦੇ ਵਿਚਾਲੇ ਸਿੱਧੂ ਦੇ ਲਈ ਜਿਹੜੀ ਆਪਸ਼ਨਸ ਨੇ ਉਹ ਰਹਿ ਜਾਂਦੀਆਂ ਨੇ। ਸਿੱਧੂ ਕੋਲ ਆਪਸ਼ਨ ਫਿਲਹਾਲ ਦੀ ਘੜੀ ਜਿਹੜੀ ਨਜ਼ਰ ਆ ਰਹੀ ਹੈ, ਸਿਵਾਏ ਸਰੈਂਡਰ ਕਰਨ ਦੇ ਹੋਰ ਕੋਈ ਦੂਜਾ ਬਦਲ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਨਜ਼ਰ ਨਹੀਂ ਆ ਰਿਹਾ। ਔਰ ਜੇਕਰ ਸਰੈਂਡਰ ਕਰਦੇ ਨੇ ਤਾਂ ਫਿਰ 1 ਸਾਲ ਦੀ ਸਜ਼ਾ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਵੇਗੀ, ਉਸ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਵੇਗਾ, ਉਸ ਦੀ ਪ੍ਰੋਸੈਸਿੰਗ ਜਿਹੜੀ ਹੈਗੀ, ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਹੈ, ਮੈਡੀਕਲ ਕਰਵਾਇਆ ਜਾਣਾ ਹੈ, ਬਾਕੀ ਚੀਜ਼ਾਂ ਹੋਣੀਆਂ ਨੇ। ਸੋ ਵੱਡੀ ਖਬਰ ਇਸ ਵੇਲੇ ਦੀ ਦੱਸ ਰਹੇ ਹਾਂ, ਨਵਜੋਤ ਸਿੰਘ ਸਿੱਧੂ ਨੂੰ ਅੱਜ ਹੀ ਸਰੈਂਡਰ ਕਰਨਾ ਹੋਵੇਗਾ। ਸੁਪਰੀਮ ਕੋਰਟ ਤੋਂ ਅੱਜ ਰਾਹਤ ਦੀ ਉਮੀਦ ਘੱਟ ਹੈਗੀ ਹੈ, ਅੱਜ ਰਾਹਤ ਨਹੀਂ ਮਿਲ ਸਕਦੀ। ਸਿੱਧੂ ਦੇ ਵਕੀਲ ਫਿਲਹਾਲ ਸੀਜੀਆਈ ਦੇ ਸਾਹਮਣੇ ਕੇਸ ਨਹੀਂ ਰੱਖਿਆ ਸੀ, ਪਰ ਸੀਜੀਆਈ ਨੇ ਕਹਿ ਦਿੱਤਾ ਸੌਰੀ, ਯਾਨੀ ਮੈਂ ਹੋਰ ਕੇਸ ਨਹੀਂ ਸੁਣਾਂਗਾ। ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਸਮਾਂ ਮੰਗਿਆ ਗਿਆ ਸੀਗਾ। ਪਹਿਲੇ ਅਟੈਂਪਟ ਦੇ ਵਿੱਚ ਸੀਜੀਆਈ ਨੇ ਸੌਰੀ ਕਹਿਤਾ, ਯਾਨੀ ਅਸੈਪਟ ਹੀ ਨਹੀਂ ਕੀਤੀ ਪਟੀਸ਼ਨ, ਤੇ ਹੁਣ ਦੂਜਾ ਅਟੈਂਪਟ ਹੋਵੇਗਾ 2 ਵਜੇ ਤੋਂ ਬਾਅਦ ਕੀ ਦੁਬਾਰਾ ਕੋਸ਼ਿਸ਼ ਕੀਤੀ ਜਾਵੇਗੀ? ਸਵਾਲ ਇਸ ਗੱਲ ਨੂੰ ਲੈ ਕੇ ਹੈ। ਹਾਲਾਂਕਿ ਰਾਹਤ ਦੀ ਉਮੀਦ ਬੇहद ਘੱਟ ਹੈਗੀ ਹੈ ਸੁਪਰੀਮ ਕੋਰਟ ਤੋਂ। ਸੋ ਨਵਜੋਤ ਸਿੰਘ ਸਿੱਧੂ ਦੇ ਲਈ ਮੁਸ਼ਕਿਲ ਕਿਤੇ ਨਾ ਕਿਤੇ ਵੱਧਦੀ ਹੋਈ ਨਜ਼ਰ ਆ ਰਹੀ ਹੈ। ਸਿੱਧੂ ਦੇ ਵਕੀਲ ਸੀਜੀਆਈ ਦੇ ਸਾਹਮਣੇ ਕੇਸ ਜਿਹੜਾ ਹੈਗਾ ਉਹ ਫਿਲਹਾਲ ਦੀ ਘੜੀ ਨਹੀਂ ਰੱਖ ਕੇ ਸਰੈਂਡਰ ਦੇ ਲਈ 1 ਹਫ਼ਤੇ ਦੀ ਮੌਲਤ ਜਿਹੜੀ ਹੈਗੀ ਨਵਜੋਤ ਸਿੰਘ ਸਿੱਧੂ ਨੇ ਮੰਗੀ ਸੀਗੀ। ਖਰਾਬ ਸਿਹਤ ਦਾ ਹਵਾਲਾ ਦਿੱਤਾ ਗਿਆ ਸੀਗਾ, ਪਰ ਇਹ ਅਪੀਲ ਜਿਹੜੀ ਹੈਗੀ ਹੈ, ਮੌਲਤ ਦੀ ਅਪੀਲ ਜਿਹੜੀ ਹੈਗੀ ਹੈ ਉਹ ਨਹੀਂ ਸੁਣੀ ਗਈ ਹੈ। ਸੀਜੀਆਈ ਦੇ ਸਾਹਮਣੇ ਜਦੋਂ ਇਹ ਮਾਮਲਾ ਲੈ ਕੇ ਫਸਟ ਕੋਸ਼ਿਸ਼ ਜਦੋਂ ਕੀਤੀ ਗਈ, ਪਹਿਲੀ ਕੋਸ਼ਿਸ਼ ਜਦੋਂ ਕੀਤੀ ਗਈ, ਤਾਂ ਭਲੇਠੀ ਕੋਸ਼ਿਸ਼ ਨੂੰ ਸੀਜੀਆਈ ਐਨਵੀ ਰਮन्ना ਨੇ ਨਕਾਰ ਦਿੱਤਾ। ਸਿੱਧਾ ਜਿਹਾ ਇੱਕ ਲਫ਼ਜ਼ ਕਿਹਾ ਸੌਰੀ। ਆਲਰੇਡੀ ਬਹੁਤ ਸਾਰੇ ਕੇਸਿਸ ਉਹਨਾਂ ਦੇ ਕੋਲ ਹੁੰਦੇ ਨੇ, ਲਿਸਟਡ ਕੇਸਿਸ ਹੁੰਦੇ ਨੇ, ਪਰ ਇਸ ਕਰਕੇ ਸੀਜੀਆਈ ਨੇ ਨਵਾਂ ਕੇਸ, ਨਵੀਂ ਹੀਅਰਿੰਗ ਲੈਣ ਤੋਂ ਮਨਾ ਕਰ ਦਿੱਤਾ। ਹੁਣ 2 ਵਜੇ ਤੋਂ ਬਾਅਦ ਜਦੋਂ ਮੁੜ ਅਦਾਲਤ ਬੈਠੇਗੀ ਤਾਂ ਕੀ ਦੁਬਾਰਾ ਅਟੈਂਪਟ ਹੋਵੇਗਾ? ਇਸ ਦੀ ਸੰਭਾਵਨਾ ਘੱਟ ਹੈ। ਤੇ ਇਸ ਸਭ ਦੇ ਵਿਚਾਲੇ ਸਿੱਧੇ ਤੌਰ ਤੇ ਇਸ਼ਾਰਾ ਇਹ ਹੈਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਜ ਹੀ ਸਰੈਂਡਰ ਕਰਨਾ ਪਵੇਗਾ। ਸਿੱਧੂ ਦੇ ਵਕੀਲ ਫਿਲਹਾਲ ਸੀਜੀਆਈ ਦੇ ਸਾਹਮਣੇ ਪੱਖ ਨਹੀਂ ਰੱਖ ਸਕੇ ਨੇ। ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਆਪਸ਼ਨ ਬੇहद ਘੱਟ ਰਹਿ ਗਈਆਂ ਨੇ, ਔਰ ਘੱਟ ਆਪਸ਼ਨਸ ਦੇ ਵਿੱਚੋਂ ਸਿੱਧਾ ਜੇਕਰ ਅਸੀਂ ਕਹੀਏ ਤਾਂ ਹੁਣ ਸਿਰਫ ਸਰੈਂਡਰ ਦੀ ਆਪਸ਼ਨ ਹੈ। ਤਾਂ ਅੱਜ ਸਰੈਂਡਰ ਕਰਨਾ ਹੋਏਗਾ, ਉਸ ਤੋਂ ਬਾਅਦ ਪ੍ਰੋਸੈਸਿੰਗ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਜਾਵੇਗੀ। ਲੀਗਲ ਪ੍ਰੋਸੈਸਿੰਗ ਜਿਹੜੀ ਹੈਗੀ ਹੈ, ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਜਾਵੇਗੀ। ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਉਹਨਾਂ ਦਾ ਹੋਵੇਗਾ ਜਾਂ ਕਾਨੂੰਨੀ ਜਿਹੜੀ ਦਸਤਾਵੇਜ਼ੀ ਤੌਰ ਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਹੋਣਗੀਆਂ, ਔਰ ਉਸ ਤੋਂ ਬਾਅਦ ਜਿਸ ਤਰੀਕੇ ਅਸੀਂ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ, ਅਪਡੇਟਸ ਦੇ ਰਹੇ ਕਿ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਔਰ ਕਿਹੜੀ ਜੇਲ੍ਹ ਭੇਜਿਆ ਜਾਵੇਗਾ ਇਹ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਲਗਾਤਾਰ ਪਟਿਆਲਾ ਜੇਲ੍ਹ ਉਹਨਾਂ ਨੂੰ ਭੇਜਣ ਦੀ ਪਹਿਲਾਂ ਇਤਲਾਹ ਜਿਹੜੀ ਸਾਡੇ ਕੋਲ ਆਈ ਸੀ ਕਿ ਪਟਿਆਲਾ ਜੇਲ੍ਹ ਵਿੱਚ ਉਹਨਾਂ ਨੂੰ ਰੱਖਿਆ ਜਾਵੇਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਜਿਹੜੀ ਇਹ ਕਹਿ ਲਿਆ ਜਾਵੇ ਕਿ ਹੁਣ ਜਿਹੜਾ ਵਕਤ ਹੈਗਾ ਕਿਤੇ ਨਾ ਕਿਤੇ ਔਖਾ ਹੈਗਾ। ਔਰ ਵਕਤ ਔਖਾ ਕਿਉਂ ਹੈਗਾ? ਕਿਉਂਕਿ ਸਿੱਧੂ ਦੇ ਲਈ ਜਿਸ ਤਰੀਕੇ ਬੀਤੇ ਦਿਨ ਇਹ ਫੈਸਲਾ ਆਇਆ ਸੀਗਾ ਸੁਪਰੀਮ ਕੋਰਟ ਦਾ 34 ਸਾਲ ਪੁਰਾਣੇ ਮਾਮਲੇ ਵਿੱਚ, 1988 ਦਾ ਮਾਮਲਾ ਸੀਗਾ, ਗੁਰਨਾਮ ਸਿੰਘ ਦੀ ਮੌਤ ਹੋਈ ਸੀਗੀ, ਰੋਡ ਰੇਸ ਦਾ ਕੇਸ ਸੀਗਾ,
ਸੈਸ਼ਨ ਕੋਰਟ ਨੇ ਸਿੱਧੂ ਨੂੰ ਸਬੂਤਾਂ ਦੀ ਘਾਟ ਦੀ ਬਿਨਾਂ ਤੇ ਬਰੀ ਕਰ ਦਿੱਤਾ ਸੀ। ਹਾਈ ਕੋਰਟ ਨੇ ਸਜ਼ਾ ਸੁਣਾਈ ਸੀ। ਹਾਈ ਕੋਰਟ ਤੋਂ ਬਾਅਦ ਸਿੱਧੂ ਸੁਪਰੀਮ ਕੋਰਟ ਜਾਂਦੇ ਨੇ, ਰਾਹਤ ਮਿਲ ਗਈ, 1000 ਰੁਪਏ ਜੁਰਮਾਨਾ ਲੱਗਿਆ। ਪਰ ਪੀੜਤ ਪਰਿਵਾਰ ਜਿਹੜਾ ਹੈਗਾ ਮੁੜ ਸੁਪਰੀਮ ਕੋਰਟ ਜਾਂਦਾ, ਰਿਵਿਊ ਪਟੀਸ਼ਨ ਪਾਉਂਦਾ ਤੇ ਰਿਵਿਊ ਪਟੀਸ਼ਨ ਤੇ ਹੁਣ ਜਦੋਂ ਫੈਸਲਾ ਅਦਾਲਤ ਨੇ ਲਿਆ, ਸੁਪਰੀਮ ਕੋਰਟ ਨੇ ਲਿਆ, ਤਾਂ ਫਿਰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ ਨਵਜੋਤ ਸਿੰਘ ਸਿੱਧੂ ਨੂੰ। ਤੇ ਨਵਜੋਤ ਸਿੰਘ ਸਿੱਧੂ ਅੱਜ ਗਏ ਸੀਗੇ ਅਦਾਲਤ ਦੇ ਸਾਹਮਣੇ, ਸੀਜੀਆਈ ਦੇ ਸਾਹਮਣੇ ਪੇਸ਼ ਹੋਣ ਦੇ ਲਈ। ਉਹਨਾਂ ਨੂੰ ਜਸਟਿਸ ਖਾਨਵਿਲਕਰ ਨੇ ਕਿਹਾ ਸੀਗਾ, ਉਹਨਾਂ ਦੇ ਵਕੀਲ ਨੂੰ ਕਿਹਾ ਕਿ ਤੁਸੀਂ ਸੀਜੀਆਈ ਤੋਂ ਮੋਹਲਤ ਮੰਗੋ, ਜਿਹੜੀ ਤੁਸੀਂ ਮੇਰੇ ਅੱਗੇ ਅਪੀਲ ਲੈ ਕੇ ਆਏ ਹੋ, ਇਸ ਨੂੰ ਲੈ ਕੇ ਤੁਸੀਂ ਜਸਟਿਸ ਰਮੰਨਾ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹਨਾਂ ਦੇ ਕੋਲ ਜਾਓ, ਉਹ ਤੁਹਾਨੂੰ ਇਹ ਮੋਹਲਤ ਦੇ ਸਕਦੇ ਨੇ। ਪਰ ਸੀਜੀਆਈ ਨੇ ਜਿਹੜਾ ਪਹਿਲਾ ਰਿਐਕਸ਼ਨ ਦਿੱਤਾ ਹੈ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਲਈ ਸੰਭਾਵਨਾਵਾਂ ਘੱਟ ਨਜ਼ਰ ਆ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਨੂੰ ਅੱਜ ਹੀ ਸਰੈਂਡਰ ਕਰਨਾ ਪਏਗਾ, ਇਹ ਤੈਅ ਮੰਨਿਆ ਜਾ ਰਿਹਾ ਹੈ ਸੁਪਰੀਮ ਕੋਰਟ ਤੋਂ। ਫਿਲਹਾਲ ਕੋਈ ਰਾਹਤ ਜਿਹੜੀ ਹੈਗੀ ਹੈ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ। ਪੰਕਜ ਕਪਾਹੀ ਪਟਿਆਲਾ ਕੋਰਟ ਤੋਂ ਸਾਡੇ ਨਾਲ ਜੁੜੇ ਨੇ। ਪੰਕਜ, ਪਟਿਆਲਾ ਕੋਰਟ ਦੇ ਵਿੱਚ ਜਿਹੜੀ ਗਹਿਮਾ ਗਹਿਮੀ ਹੈਗੀ ਹੈ, ਕੀ ਉਸ ਦੇ ਵਿੱਚ ਕੁਝ ਨਜ਼ਰ ਆ ਰਿਹਾ? ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਰਾਹਤ ਮਿਲਦੀ ਹੋਈ ਸੀਜੀਆਈ ਤੋਂ ਤਾਂ ਨਜ਼ਰ ਫਿਲਹਾਲ ਦੀ ਘੜੀ ਨਹੀਂ ਆ ਰਹੀ। ਪੰਕਜ, देखो गगन, हुण 2 वजे तो बाद नवजोत सिंह सिद्धू जिहड़ा है वो पटियाला कोर्ट सरैंडर कर सकते हैं। एक आखिरी कोशिश जिहड़ी है, क्योंकि अजे चीफ जस्टिस ऑफ इंडिया ने मनु सिंघवी दा पक्ष नहीं जानिया, और जिवें सुशील जानकारी दे रहे सीगे कि चीफ जस्टिस ऑफ इंडिया ने सॉरी कह दिता, मना कर दिता, तां अजिहे च बेहद घट उम्मीद है कि नवजोत सिंह सिद्धू की मैडिकल के आधार के उत्ते कोई रिलीफ मिले। तस्वीरां दे जरिए कैमरे की जुबानी मैं दिखाना चाहूँगा इस वेले पटियाला कोर्ट के अंदर ते पटियाला कोर्ट के बाहर दीयां तस्वीरां। इत्थे जिस दिन कोई वीआईपी मूवमेंट होवे सिक्योरिटी वध जाती है। सवेरे ज़्यादा सिक्योरिटी देखने को मिल रही सी, लेकिन जदों पता लगा कि अजे टाइम लग सकता है, अजे काफ़ी समा लग सकता है, तो अजे थोड़ा रिलैक्स जिहड़ी सुरक्षा के मुलाजम ने वो नज़र आ रहे हैं। और इत्थे अजे कोई समर्थक भी नहीं है नवजोत सिंह सिद्धू का नज़र आ रहा। तो सवेरे कुछ समर्थक आने जरूर जुटे थे, लेकिन वो भी सिद्धू के घर वाले पासे जाते हुए नज़र आ रहे हैं। हुण नज़रां अखीर तक सुप्रीम कोर्ट दे है। सुप्रीम कोर्ट ने कल नवजोत सिंह सिद्धू नूं 1 साल की सज़ा सुना दी सी। ये पटियाला दी डिस्ट्रिक्ट कोर्ट है, इत्थे नवजोत सिंह सिद्धू ने पेश होना है। इत्थे नवजोत सिंह सिद्धू नूं इत्थों ही कोर्ट के पेश होने तो बाद पटियाला की जेल दे विच नवजोत सिंह सिद्धू नूं भेज दिता जाएगा 1 साल के लिए। लेकिन उस तो पहला अखीरली जिहड़ी लीगली कोशिश है, लीगल तौर पर कोशिश है कि किस तरीके नाल कोई आधार बने, किस तरीके नाल कोई मदद मिल सके। 1 हफ्ते का समा जरूर मंगिया सी मैडिकल आधार के उत्ते। कुछ मैडिकल दियां जिहड़ियां उन्हां दे जिहड़ी बीमारी का कुछ दवाइयां भी चल रही ने, वो भी उसका भी आधार जिहड़ा नवजोत सिंह सिद्धू वालों बनाया गया सी। लेकिन अजे कोई रिलीफ जिहड़ा वै नवजोत सिंह सिद्धू नूं कोर्ट दे वाले पासों मिलदा होया नज़र नहीं आ रहा। और कुछ देर पहला कुछ इत्थों के जिहड़े वकील ने उन्हां नाल भी गलबात हो रही सी। उन्हां दा यह कहना सीगा कि अगर सुप्रीम कोर्ट अपने पुराने फैसले ते कोई स्टे नहीं लगांदा या कोई नवे हुक्म नहीं जारी करता, तो फिर अज 5 बजे तक, अज शाम 5 बजे तक नवजोत सिंह सिद्धू नूं सरैंडर करना होएगा। अगर 5 बजे तक नवजोत सिंह सिद्धू सरैंडर नहीं करते, तो फिर इस कोर्ट वालों पुलिस नूं जिहड़ा वै नवजोत सिंह सिद्धू के वारंट जारी कर दिते जाणगे, नवजोत सिंह सिद्धू नूं गिरफ्तार किया जाएगा। लेकिन 5 बजे तक कोर्ट इंतजार करेगा नवजोत सिंह सिद्धू के सरैंडर करन दा। तां अजे समा है, अजे टाइम जिहड़ा 12:17 होए ने। 1 बजे लंच शुरू हो जाना है, यानी कि 2 बजे तो बाद नवजोत सिंह सिद्धू जिहड़े ने वो कोर्ट दे विच सरैंडर कर सकते हैं। लेकिन उस तो पहला इंतजार जरूर इस वेले किया जा रहा है। गगन, बिल्कुल 2 बजे तो बाद नवजोत सिंह सिद्धू पंकज या तो सरैंडर कर सकते हैं, या 2 बजे तो बाद यह भी हो सकता है कि अभिषेक मनु सिंह भी एक बार फिर जस्टिस NV रमन्ना के सामने जान, CGI के सामने जान, उन्होंने अपील करने की कोशिश करन। दिल्लियों ਜਿਹੜੇ ਨਵਜੋਤ ਸਿੰਘ ਸਿੱਧੂ ਦੇ ਵਕੀਲ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਰੱਖ ਰਹੇ ਨੇ, ਅਸੀਂ ਲਗਾਤਾਰ ਤੁਹਾਨੂੰ ਅਪਡੇਟ ਵੀ ਦੇ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਸਰੈਂਡਰ ਕਰਨਾ ਪਵੇਗਾ। ਫਿਲਹਾਲ ਦੀ ਘੜੀ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ, ਅਸੀਂ ਇਸ ਵੇਲੇ ਦੀ ਵੱਡੀ ਖਬਰ ਵੀ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ। ਸਿੱਧੂ ਦੇ ਵਕੀਲ CGI ਦੇ ਸਾਹਮਣੇ ਆਪਣਾ ਪੱਖ ਜਿਹੜਾ ਹੈਗਾ ਫਿਲਹਾਲ ਨਹੀਂ ਰੱਖ ਸਕੇ। ਫਸਟ ਅਟੈਂਪਟ ਜਿਹੜਾ ਹੋਇਆ ਸੀਗਾ ਉਸ ਦੇ ਵਿੱਚ ਇਹ ਕਿਹਾ ਗਿਆ CGI ਵੱਲੋਂ ਸੌਰੀ, यानी मैं होर मामले नहीं सुन सकता फिलहाल। तो सब दे विचाले नवजोत सिंह सिद्धू के सामने ऑप्शन की बचती है। पंकज भी दस रहे हैं वही गल कि 5 बजे तक इंतजार करेगी कोर्ट। जेकर 5 बजे तक सिद्धू सरेंडर नहीं करते, फिर पुलिस नूं बकायदा वारंट जारी कर दिते जाणगे ते पुलिस जिहड़ी हैगी एक्शन दे विच
ਆ ਜਾਵੇਗੀ। ਪੰਕਜ, ਅਭਿਸ਼ੇਕ ਮਨੂ ਸਿੰਘ ਵੀ ਸੁਪਰੀਮ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਜਿਹੜਾ ਹੈਗਾ ਲੜ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਕੀ ਉੱਥੋਂ ਕੋਈ ਅਜਿਹੀ ਇਨਫੋਰਮੇਸ਼ਨ ਇੱਥੇ ਤੱਕ ਪਹੁੰਚ ਪਾਈ ਹੈ ਨਵਜੋਤ ਸਿੰਘ ਸਿੱਧੂ ਦੇ ਕੋਲ ਜਾਂ ਉਹਨਾਂ ਦੇ ਪਰਿਵਾਰ ਦੇ ਕੋਲ ਕਿ ਕੀ ਉਹ 2 ਵਜੇ ਤੋਂ ਬਾਅਦ ਸੈਕਿੰਡ ਅਟੈਂਪਟ ਕਰਨ ਜਾ ਰਹੇ ਨੇ ਜਾਂ ਨਹੀਂ ਜਾ ਰਹੇ? ਕਿਉਂਕਿ ਇਸ ਨੂੰ ਲੈ ਕੇ ਵੀ ਸਵਾਲ ਹੈਗਾ। ਸੁਸ਼ੀਲ ਪਾਂਡੇ ਨੂੰ ਜਦੋਂ ਅਸੀਂ ਪੁੱਛ ਰਹੇ ਸੀ ਤਾਂ ਸੁਸ਼ੀਲ ਪਾਂਡੇ ਨੇ ਕਿਹਾ ਕਿ ਅਭਿਸ਼ੇਕ ਮਨੂ ਸਿੰਘਵੀ ਨੇ ਦੂਜੀ ਕੋਸ਼ਿਸ਼ ਨੂੰ ਲੈ ਕੇ ਚੁੱਪ ਵੱਟ ਲਈ ਸੀ, ਤੇ ਚੁੱਪ ਜਿਹੜੀ ਵੱਟ ਲਈ ਸੀ ਉਸ ਦਾ ਕੀ ਮਤਲਬ ਹੈਗਾ ਕਿ ਉਹ ਜਾ ਰਹੇ ਨੇ ਜਾਂ ਨਹੀਂ ਜਾ ਰਹੇ? ਦੇਖੋ, ਇਸ ਵੇਲੇ ਨਵਜੋਤ ਸਿੰਘ ਸਿੱਧੂ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ, ਆਪਣੀ ਪਤਨੀ ਨਵਜੋਤ ਕੌਰ ਸਿੱਧੂ, ਨਵਤੇਜ ਚੀਮਾ ਸਾਬਕਾ ਵਿਧਾਇਕ, ਹੋਰ ਕੁਝ 3-4 ਲੀਡਰ, ਅਸ਼ਵਨੀ ਸ਼ੇਖਰੀ ਜਾਂ ਆਪਣੇ ਜਿਹੜੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ, ਉਹਨਾਂ ਦੇ ਨਾਲ ਬੈਠੇ ਹੋਏ ਨੇ ਔਰ ਉਹ ਸਾਰੀ ਫੀਡਬੈਕ ਦਿੱਲੀ ਤੋਂ ਲੈ ਰਹੇ ਨੇ। ਉਹ ਸਾਰੀ ਫੀਡਬੈਕ ਦਿੱਲੀ ਤੋਂ ਲੈ ਰਹੇ ਨੇ। ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਦਿੱਤਾ ਆਪਣੇ ਵਕੀਲਾਂ ਨੂੰ, ਜੋ ਕਾਨੂੰਨ ਦੇ ਅੰਡਰ, ਜੋ ਕਾਨੂੰਨ ਦੇ ਤਹਿਤ ਜੋ ਕੁਝ ਵੀ ਕੋਸ਼ਿਸ਼ ਕਰ ਸਕਦੇ ਹੋ ਕੋਸ਼ਿਸ਼ ਕਰੋ। ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਕੋਸ਼ਿਸ਼ ਹੋਏਗੀ ਉਹ ਕੋਸ਼ਿਸ਼ ਜਦੋਂ ਤੱਕ ਮੁਕੰਮਲ ਨਹੀਂ ਹੋ ਜਾਂਦੀ ਤਾਂ ਨਵਜੋਤ ਸਿੰਘ ਸਿੱਧੂ ਦੀ ਕੋਸ਼ਿਸ਼ ਜਾਰੀ ਰਹੇਗੀ। ਅਗਰ ਇਹ ਕੋਸ਼ਿਸ਼ਾਂ ਫੇਲ ਹੁੰਦੀਆਂ ਤਾਂ ਫਿਰ ਇੱਥੋਂ ਦੀ ਇਸ ਕੋਰਟ ਤੋਂ ਨਵਜੋਤ ਸਿੰਘ ਸਿੱਧੂ ਦਾ ਘਰ ਮਹਿਜ਼ 1.5 ਕਿਲੋਮੀਟਰ ਦੀ ਦੂਰੀ ਤੇ ਹੈ, ਯਾਨੀ ਕਿ ਮਹਿਜ਼ 5 ਮਿੰਟ ਲੱਗਣਗੇ। ਅਗਰ 4, ਸਵਾ 4, 4:30 ਵਜੇ ਤੱਕ ਵੀ ਕੋਸ਼ਿਸ਼ਾਂ ਫੇਲ ਹੁੰਦੀਆਂ ਨੇ ਤਾਂ ਫਿਰ 4:30 ਵਜੇ ਵੀ ਨਵਜੋਤ ਸਿੰਘ ਸਿੱਧੂ 4:45 ਵਜੇ ਵੀ ਘਰੋਂ ਚੱਲ ਸਕਦੇ ਨੇ। 5 ਵਜੇ, ਕਿਉਂਕਿ 5-7 ਮਿੰਟ ਦਾ ਰਸਤਾ ਹੈ। ਗਗਨ ਕੋਈ ਜ਼ਿਆਦਾ ਇੱਥੋਂ ਦੀ ਦੂਰੀ ਤੇ ਉਹਨਾਂ ਦਾ ਘਰ ਨਹੀਂ ਹੈ। ਯਾਦਵਿੰਦਰ ਕਲੋਨੀ ਰਹਿੰਦੇ 26 ਨੰਬਰ ਘਰ ਦੇ ਵਿੱਚ। 26 ਨੰਬਰ ਘਰ ਤੋਂ ਲੈ ਕੇ ਇੱਥੋਂ ਤੱਕ ਮਹਿਜ਼ 1.5 ਕਿਲੋਮੀਟਰ ਦੀ ਦੂਰੀ ਹੈ ਤਾਂ ਨਵਜੋਤ ਸਿੰਘ ਸਿੱਧੂ ਆਣਗੇ। ਲੇਕਿਨ ਆਖਿਰ ਤੱਕ ਕਿਉਂਕਿ ਅਜੇ ਜਿਹੜਾ ਮਨੂ ਸਿੰਘਵੀ ਨੇ ਇੱਕ ਟੌਪ ਦੇ ਵਕੀਲ ਨੇ ਔਰ ਅਗਰ ਮਨੂ ਸਿੰਘਵੀ ਹੋਰਾਂ ਦਾ ਵੀ ਕਰੀਅਰ ਦੇਖਿਆ ਜਾਵੇ ਤਾਂ ਉਹਨਾਂ ਨੇ ਕਦੀ ਕੋਈ ਕੇਸ ਹਾਰਿਆ ਨਹੀਂ ਹੈ। ਬੜੇ ਚੋਟੀ ਦੇ ਵਕੀਲ ਨੇ, ਹਰ ਕਾਨੂੰਨ ਦੇ ਜਿਹੜੇ ਜਮਾ ਘਟਾ ਨੇ ਉਹਨਾਂ ਸਾਰਿਆਂ ਨੂੰ ਬੜੀ ਬਰੀਕੀ ਦੇ ਨਾਲ ਸਮਝਦੇ ਨੇ, ਸੁਣਦੇ ਨੇ ਔਰ ਉਸੇ ਆਧਾਰ ਦੇ ਨਾਲ ਅਗਲੀ ਕੋਸ਼ਿਸ਼ ਵੀ ਕਰਨਗੇ। ਕਿਉਂਕਿ ਮਨੂ ਸਿੰਘਵੀ ਕਾਂਗਰਸ ਦੇ ਵੀ ਚੋਟੀ ਦੇ ਲੀਡਰ ਨੇ ਤਾਂ ਆਪਣੇ ਲੀਡਰ ਨੂੰ ਬਚਾਉਣ ਦੇ ਲਈ ਮਨੂ ਸਿੰਘਵੀ ਦੀ ਆਖਿਰ ਤੱਕ ਕੋਸ਼ਿਸ਼ ਕਰਨਗੇ। ਅਗਰ ਕੋਸ਼ਿਸ਼ਾਂ ਸਾਰੀਆਂ ਫੇਲ ਹੁੰਦੀਆਂ ਨੇ ਤਾਂ ਫਿਰ ਸਰੈਂਡਰ ਕਰਨ ਦੇ ਲਈ ਅਗਲੇ ਉਸ ਤੋਂ ਬਾਅਦ 5-7 ਮਿੰਟ 'ਚ ਇੱਥੇ ਪਹੁੰਚ ਜਾਣਗੇ, ਸਰੈਂਡਰ ਕਰ ਦੇਣਗੇ ਔਰ ਪਟਿਆਲਾ ਦੀ ਜੇਲ੍ਹ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਭੇਜ ਦਿੱਤਾ ਜਾਏਗਾ। ਜੀ ਬਿਲਕੁਲ। ਯਾਦਵਿੰਦਰਾ ਕਲੋਨੀ ਦੇ ਘਰ ਨੰਬਰ 26 ਦਾ ਤੁਸੀਂ ਜ਼ਿਕਰ ਕਰ ਰਹੇ ਸੀ। ਤੁਹਾਡੇ ਤੋਂ ਸਿਰਫ 1.5 ਕਿਲੋਮੀਟਰ ਦੂਰ ਪੰਕਜ ਉਹ ਘਰ ਹੈਗਾ। ਉਸ ਘਰ ਦੇ ਵਿੱਚ ਕੀ ਕੁਝ ਹੋ ਰਿਹਾ ਹੈ? ਨਪਿੰਦਰ ਬਰਾੜ ਮੇਰੇ ਸਹਿਯੋਗੀ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਘਰੋਂ ਸਾਡੇ ਨਾਲ ਜੁੜ ਰਹੇ ਨੇ। ਨਪਿੰਦਰ, ਕਿਸ ਤਰੀਕੇ ਦੀ ਹਲਚਲ? ਗਗਨ, ਬਿਲਕੁਲ ਅਸੀਂ ਸਵੇਰ ਤੋਂ ਹੀ ਇੱਥੇ ਮੌਜੂਦ ਹਾਂ। ਤਾਂ ਸਵੇਰੇ ਜਿਸ ਵੇਲੇ ਅਸੀਂ ਇੱਥੇ ਸਵੇਰ 8 ਵਜੇ 7:30 ਵਜੇ ਦੇ ਕਰੀਬ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਉਸ ਵੇਲੇ ਪੂਰੀ ਤਰ੍ਹਾਂ ਸ਼ਾਂਤੀ ਸੀ, ਕੋਈ ਚਹਿਲ ਪਹਿਲ ਨਹੀਂ ਸੀ। ਔਰ ਜਿਵੇਂ ਜਿਵੇਂ ਦਿਨ ਚੜ੍ਹਨਾ ਸ਼ੁਰੂ ਹੋਇਆ ਤਾਂ ਹੌਲੀ ਹੌਲੀ ਕਰਕੇ ਜਿਹੜੇ ਇੱਕ ਉਹਨਾਂ ਦੇ ਸਮਰਥਕ ਸੀ ਜਾਂ ਉਹਨਾਂ ਦੇ ਜਿਹੜੇ ਲੀਡਰ ਸੀ, ਸਾਥੀ, ਉਹਨਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋਇਆ। ਵਕੀਲ ਆਏ ਤਾਂ ਹੁਣ ਤੁਹਾਨੂੰ ਤਸਵੀਰ ਦਿਖਾ ਦਿੰਦੇ ਕਿ ਇਸ ਵੇਲੇ ਕੀ ਚੱਲ ਰਿਹਾ। ਦੇਖੋ, ਬਾਹਰ ਇਹ ਸੁਰੱਖਿਆ ਦਸਤੇ ਦੀਆਂ ਗੱਡੀਆਂ ਨੇ ਔਰ ਬਾਹਰ ਘਰ ਦੇ ਬਾਹਰ ਹੋਰ ਗੱਡੀਆਂ ਜਿਹੜੇ ਉਹਨਾਂ ਨੂੰ ਮਿਲਣ ਆਏ ਨੇ ਉਹਨਾਂ ਦੇ ਵਹੀਕਲ ਤਾਂ ਨਜ਼ਰ ਆ ਰਹੇ ਨੇ। ਔਰ ਇਹ ਸਾਹਮਣੇ ਕੋਠੀ ਨੰਬਰ 26 ਯਾਦਵਿੰਦਰਾ ਕਲੋਨੀ ਦੀ ਨਵਜੋਤ ਸਿੰਘ ਸਿੱਧੂ ਦੀ ਕੋਨੇ ਵਾਲੀ ਕੋਠੀ ਨੰਬਰ 26 ਔਰ ਇਸ ਕੋਠੀ ਦੀਆਂ ਤਸਵੀਰਾਂ ਅਸੀਂ ਲਗਾਤਾਰ ਸਵੇਰ ਤੋਂ ਦਿਖਾ ਰਹੇ ਹਾਂ। ਔਰ ਹੁਣ ਇਹ ਤਸਵੀਰਾਂ ਇਸ ਲਈ ਦਿਖਾ ਰਹੇ ਹਾਂ ਕਿ ਪਲ ਪਲ ਹਾਲਾਤ ਬਦਲ ਰਹੇ ਨੇ। ਹੁਣ ਜਿਹੜੇ ਹਾਲਾਤ ਬਦਲੇ ਨੇ ਕਿ ਜਿਹੜੀ ਆਸ ਕਿਤੇ ਨਾ ਕਿਤੇ ਲੱਗੀ ਹੋਈ ਸੀ ਨਵਜੋਤ ਸਿੰਘ ਸਿੱਧੂ ਨੂੰ ਕਿ ਸੁਪਰੀਮ ਕੋਰਟ ਤੋਂ ਇੱਕ ਰਾਹਤ ਮਿਲ ਸਕਦੀ ਹੈ, ਉਹ ਰਾਹਤ ਨਹੀਂ ਮਿਲੀ। ਤਾਂ ਹੁਣ ਲੱਗਦਾ ਹੈ ਕਿ ਇਸ ਕੋਠੀ ਤੋਂ ਕਚਹਿਰੀ ਤੇ ਕਚਹਿਰੀ ਤੋਂ ਜੇਲ੍ਹ ਦੀ ਡਿਊਟੀ ਹੁਣ ਇਹ ਰੂਟ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਹੋਵੇਗਾ। ਇਸ ਕੋਠੀ ਤੋਂ ਥੋੜੀ ਦੇਰ ਬਾਅਦ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਰਵਾਨਾ ਹੋਣਗੇ। ਪਹਿਲਾਂ ਕੋਰਟ ਦੇ ਵਿੱਚ ਸਰੈਂਡਰ ਕਰਨਗੇ ਔਰ ਕੋਰਟ ਦੇ ਵਿੱਚ ਕਾਰਵਾਈ ਪੂਰੀ ਹੋਣ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਵਿੱਚ ਜਾਣਾ ਹੋਵੇਗਾ ਨਵਜੋਤ ਸਿੰਘ ਸਿੱਧੂ ਨੂੰ। ਤਾਂ ਇਹ ਤਸਵੀਰਾਂ ਨੇ ਕੋਠੀ ਦੀਆਂ। ਕੋਠੀ ਦੇ ਅੰਦਰ ਕਿਸ ਤਰ੍ਹਾਂ ਚਹਿਲ ਪਹਿਲ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੰਦਰ ਕੀ ਕੁਝ ਐਕਟੀਵਿਟੀ ਹੈ। ਤਾਂ ਅਸਲ ਦੇ ਵਿੱਚ ਜਿਹੜੀ ਜਗ੍ਹਾ ਇਹ ਤੁਸੀਂ ਕੋਠੀ ਦੇ ਬਾਹਰ ਦੇਖ ਰਹੇ ਹੋ ਤਾਂ ਇੱਥੇ ਪੋਰਚ ਦੇ ਵਿੱਚ ਕੁਝ ਜਿਹੜੇ ਉਹਨਾਂ ਦੇ ਸੁਰੱਖਿਆ ਕਰਮੀ ਨੇ ਜਾਂ ਹੋਰ ਲੋਕ ਨੇ ਉਹ ਇੱਥੇ ਮੌਜੂਦ ਨੇ ਔਰ ਨਵਜੋਤ ਸਿੰਘ ਸਿੱਧੂ ਅੰਦਰ ਆਪਣੇ ਕੁਝ ਸਾਥੀਆਂ ਦੇ ਨਾਲ ਮੌਜੂਦ ਨੇ। ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਆਏ ਜੀ ਅੰਦਰ? ਕੀ ਗੱਲਬਾਤ ਹੋਈ ਉਹਨਾਂ ਨਾਲ? ਕੋਈ ਗੱਲਬਾਤ ਨਹੀਂ, ਆਰਡਰ ਦਿੱਤੇ ਹੈ। ਤੁਸੀਂ ਕੀ ਤੁਸੀਂ ਦੋਸਤ ਉਹਨਾਂ ਦੇ ਲੋਕਲ ਹੋ? ਮੈਂ ਭਰਾ ਦਾ। ਅੱਛਾ, ਕੀ ਗੱਲਬਾਤ ਹੋਈ ਨਵਜੋਤ ਸਿੰਘ ਸਿੱਧੂ ਦੀ ਬੋਡੀ ਲੈਂਗੁਏਜ ਕੋਈ ਉਹਨਾਂ ਨੂੰ ਇਸ ਕੇਸ ਨੂੰ ਲੈ ਫਰਕ ਹੈ ਯਾਰ, ਗਲਤ ਕੇਸ ਹੈ। ਨਵਜੋਤ ਸਿੱਧੂ ਨੂੰ ਤਾਂ ਹੱਥ ਵੀ ਨਹੀਂ ਲਾਇਆ ਉਹਨੂੰ। ਸੁਪਰੀਮ ਕੋਰਟ ਨੂੰ ਦੋਸ਼ੀ ਕਰਾਰ ਦੇ ਚੁੱਕੀ ਹੈ। ਮੈਂ ਵਕੀਲ ਹਾਂ। ਸੁਪਰੀਮ ਕੋਰਟ ਨੇ ਜੋ ਲਿਖਿਆ ਫਾਈਲ ਤੇ ਉਹ ਕਰਤਾ, ਪਰ ਪ੍ਰੈਕਟੀਕਲ ਇਹ ਵੀ ਉਹਨੇ ਹੱਥ ਵੀ ਨਹੀਂ ਲਾਇਆ।
ਹੁਣ ਸਰੈਂਡਰ ਕਦੋਂ ਕਰਨਾ ਹੈ? ਤਿਆਰੀ ਹੋ ਗਈ ਹੈ ਕਿ ਕੋਰਟ ਦੇ ਵਿੱਚ ਜਾਣਗੇ? ਇਹ ਤਾਂ ਕੱਲ ਦਾ ਤਿਆਰ ਹੈ। ਨਵਜੋਤ ਤਾਂ ਕੱਲ ਦਾ ਤਿਆਰ ਹੈ। ਹੁਣ ਤੁਸੀਂ ਅੰਦਰੋਂ ਬਾਹਰ ਆ ਰਹੇ ਹੋ, ਉਹਨਾਂ ਦੇ ਕੋਲੋਂ ਮਿਲ ਕੇ ਆ ਰਹੇ ਹੋ, ਕੋਲੇ ਬੈਠੇ ਸੀ ਉਹਨਾਂ ਦੇ, ਮੇਰਾ ਭਾਈ ਹੈ ਯਾਰ, ਕੋਲੇ ਤਾਂ ਬੈਠਾ ਹੀ ਹੈ। ਤਾਂ ਕੀ ਕਹਿੰਦੇ ਨੇ ਕਿੰਨੇ ਵਜੇ ਹੁਣ ਪੇਸ਼ ਹੋਣਾ ਜਾ ਕੇ ਕੋਰਟ 'ਚ? ਉਹ ਤਾਂ ਤਿਆਰ ਬੈਠਾ। ਨਹੀਂ, ਤਿਆਰ ਤਾਂ ਸਵੇਰ ਦੇ ਬੈਠੇ ਨੇ, ਤਿਆਰ ਤਾਂ ਕੱਲ ਦੇ ਬੈਠੇ ਨੇ, ਪਰ ਜਾਣਾ ਕਿੰਨੇ ਕੁ ਵਜੇ? ਹੁਣ ਜਿਵੇਂ ਟਾਈਮ ਦੇਖੋ ਤੁਸੀਂ 12:30 ਹੋ ਗਏ। ਵੇਟ ਕਰ ਰਿਹਾ ਜੋ ਤੇ ਐਪਲੀਕੇਸ਼ਨ ਫਾਈਲ ਕੀਤੀ ਹੋਈ। ਉਹ ਤਾਂ ਸੁਪਰੀਮ ਕੋਰਟ ਵਾਲੀ ਤਾਂ ਰਿਜੈਕਟ ਹੋ ਗਈ ਹੈ, ਉਹਨਾਂ ਨੇ ਸੁਣਵਾਈ ਕਰਨ ਤੋਂ ਇਨਕਾਰ ਕਰਤਾ ਤੁਰੰਤ। ਟਾਈਮ ਮੰਗਿਆ ਹੋਇਆ ਹੈ ਐਪਲੀਕੇਸ਼ਨ। ਪਰ ਟਾਈਮ ਵਾਲੀ ਤੇ ਵੀ ਨਹੀਂ ਫਿਲਹਾਲ ਸੁਣਵਾਈ ਹੋ ਰਹੀ। ਚਲੋ ਦੇਖਦੇ ਆਪਾਂ। ਤਾਂ ਸਮਾਨ ਸਮੂਨ ਪੈਕ ਕਰ ਲਿਆ ਉਹਨਾਂ ਨੇ ਆਪਦਾ? ਵੈਸੇ ਜੇਲ੍ਹ ਜਾਣ ਦਾ ਬਿਲਕੁਲ ਬਿਲਕੁਲ ਸਮਾਨ ਪੈਕ ਹੈ, ਕੱਪੜੇ ਪੈਕ ਹੈ? ਬਿਲਕੁਲ ਪੈਕ ਹੈ। ਤਾਂ ਉਹਨਾਂ ਦੇ ਬੇਟਾ ਔਰ ਬੇਟੀ ਆ ਗਏ ਕਿ ਨਹੀਂ? ਨਹੀਂ ਉਹ ਆਉਣਗੇ ਮਿਲਣ ਦੇ ਲਈ? ਮਿਲਣ ਨੂੰ ਕਿੱਥੇ ਜਾ ਰਹੇ ਪਟਿਆਲੀ ਰਹਿਣੇ। ਨਹੀਂ, ਇੱਥੇ ਪਰ ਫਿਰ ਵੀ ਜਦੋਂ ਇਸ ਤਰ੍ਹਾਂ ਦਾ ਫੈਸਲਾ ਆਇਆ ਮੈਨੂੰ ਪਤਾ ਨਹੀਂ ਆਏ, ਹਲੇ ਬੇਟਾ ਬੇਟੀ ਨਹੀਂ ਆਏ ਮਿਲਣ। ਨਹੀਂ। ਤਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਉਹ ਤਾਂ ਤਿਆਰ ਨੇ, ਕੱਪੜੇ ਵੀ ਪੈਕ ਨੇ, ਬਸ ਆਰਡਰ ਉਡੀਕਦੇ ਨੇ ਕਿ ਜਿਸ ਵੇਲੇ ਆਖਰੀ ਡਿਸੀਜਨ ਲਿਆ ਜਾਵੇਗਾ ਤਾਂ ਜਾ ਕੇ ਕੋਰਟ ਦੇ ਵਿੱਚ ਸਰੈਂਡਰ ਕਰ ਦੇਣਗੇ। ਤਾਂ ਇਹ ਉਹਨਾਂ ਦੇ ਕਰੀਬੀ, ਹਾਲਾਂਕਿ ਵਕੀਲ ਵੀ ਨੇ ਪਰ ਉਹਨਾਂ ਦੇ ਕਰੀਬੀ ਨੇ, ਖੁਦ ਨੂੰ ਉਹਨਾਂ ਦਾ ਭਰਾ ਦੱਸ ਰਹੇ ਨੇ, ਯਾਨੀ ਬੇਹੱਦ ਕਰੀਬੀ ਹੋਣਗੇ, ਕਰੀਬੀ ਮਿੱਤਰ ਕਹਿ ਸਕਦੇ ਆ। ਤਾਂ ਸਾਫ਼ ਤੌਰ ਤੇ ਨਵਜੋਤ ਸਿੰਘ ਸਿੱਧੂ ਅੰਦਰ ਕਹਿੰਦੇ ਨੇ ਕਿ ਤਿਆਰੀ ਕਰ ਬੈਠੇ ਨੇ ਔਰ ਬਸ ਹੁਣ ਫੈਸਲਾ ਇਹ ਹੋਣਾ ਕਿ ਕਿੰਨੀ ਕੁ ਦੇਰ ਚ ਇੱਥੋਂ ਤੁਰਨਾ ਹੈ ਔਰ ਜਾ ਕੇ ਕੋਰਟ ਦੇ ਵਿੱਚ ਸਰੈਂਡਰ ਕਰਨਾ। ਔਰ ਫਿਲਹਾਲ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਅੰਦਰ ਉਹਨਾਂ ਦੇ ਨਾਲ ਮੌਜੂਦ ਨੇ। ਔਰ ਬੇਟਾ ਔਰ ਬੇਟੀ ਨੂੰ ਲੈ ਕੇ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਕਿ ਉਹਨਾਂ ਦੇ ਆਉਣ ਦੀ ਗੱਲ ਕੀਤੀ ਜਾ ਰਹੀ ਸੀ, ਤਾਂ ਉਹ ਹਲੇ ਤੱਕ ਨਹੀਂ ਆਏ। ਨਾ ਬੇਟਾ ਆਇਆ, ਨਾ ਨਵਜੋਤ ਸਿੰਘ ਸਿੱਧੂ ਦੀ ਬੇਟੀ ਆਈ ਹੈ। ਧਰਮ ਪਤਨੀ ਜ਼ਰੂਰ ਰਾਤ ਹੀ ਆ ਗਈ ਸੀ। ਬੇਟਾ ਉਹਨਾਂ ਦਾ ਦਿੱਲੀ ਹੈ ਔਰ ਬੇਟੀ ਅੰਮ੍ਰਿਤਸਰ ਹੈ। ਤਾਂ ਬੇਟੀ ਅੰਮ੍ਰਿਤਸਰ ਤੋਂ ਕੋਈ ਵੀ ਕਾਰਨ ਹੋ ਸਕਦਾ ਉਹ ਨਹੀਂ ਆਏ ਔਰ ਬੇਟਾ ਦਿੱਲੀ ਹੈ, ਉਹ ਦਿੱਲੀ ਤੋਂ ਨਹੀਂ ਆਏ। ਸ਼ਾਇਦ ਹੋ ਸਕਦਾ ਉਹ ਕਾਨੂੰਨੀ ਕਾਰਵਾਈ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਹਿਯੋਗ ਦੇ ਰਿਹਾ ਹੋਵੇ, ਪਰ ਉਹ ਇੱਥੇ ਆਪਣੇ ਪਿਤਾ ਨੂੰ ਮਿਲਣ ਦੇ ਲਈ ਨਹੀਂ ਪਹੁੰਚੇ। ਫਿਲਹਾਲ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਔਰ ਜਿਹੜੇ ਬਾਕੀ ਉਹਨਾਂ ਦੇ ਸਮਰਥਕ ਜਾਂ ਸਾਥੀ ਗਰੁੱਪ ਦੇ ਸਾਬਕਾ ਵਿਧਾਇਕ ਕਹਿ ਸਕਦੇ ਆ, ਜਿਨ੍ਹਾਂ ਦਾ ਵਾਰੀ-ਵਾਰੀ ਅਸੀਂ ਜ਼ਿਕਰ ਵੀ ਕਰਦੇ ਰਹੇ ਹਾਂ, ਉਹ ਲੋਕ ਉਹਨਾਂ ਦੇ ਨਾਲ ਅੰਦਰ ਮੌਜੂਦ ਨੇ। ਹੁਣ ਦੇਖਦੇ ਹਾਂ ਕਿੰਨੀ ਦੇਰ ਤੱਕ ਨਵਜੋਤ ਉਹਨਾਂ ਨੂੰ ਮਿਲਣ ਨਹੀਂ ਪਹੁੰਚ ਰਿਹਾ। ਬਿਲਕੁਲ ਕੋਠੀ ਨੰਬਰ 26 ਤੋਂ ਕਚਹਿਰੀ ਤੇ ਕਚਹਿਰੀ ਤੋਂ ਜੇਲ੍ਹ ਦੀ ਡਿਊਟੀ ਵੱਲ ਜਾਣਗੇ। ਜੀ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਇਸ तमाम ਗੱਲਬਾਤ ਦੇ ਲਈ। ਨਪਿੰਦਰ ਸਾਨੂੰ ਲਗਾਤਾਰ ਅਪਡੇਟ ਦੇ ਰਹੇ ਨੇ। ਨਵਜੋਤ ਸਿੰਘ ਸਿੱਧੂ ਇਹ ਘਰ ਦੇ ਬਾਹਰ ਮੌਜੂਦ ਨੇ, ਪੰਕਜ ਕਪਾਹੀ ਪਟਿਆਲਾ ਕੋਰਟ ਦੇ ਵਿੱਚ ਮੌਜੂਦ ਨੇ। ਅਪਡੇਟਸ ਅਸੀਂ ਲਗਾਤਾਰ ਦਿੰਦੇ ਰਹਾਂਗੇ। ਛੋਟੀ ਜਿਹੀ ਬ੍ਰੇਕ ਲਈ ਰੁਕੋ।